ਆਊਜ਼ ਬਿल्लाहि मिनश शैतानिर रजीम बिस्मिल्लाहिर रहमानिर रहीम अल्लाह जल्ल शानहू दे नाम दे नाल अल्हम्दुलिल्लाहि रब्बिल आलमीन वल आकिबतुल मुत्तकीन अस्सलातु वस्सलामु अला रसूलिल करीम। दोस्तों अस्सलाम वालेकुम। डॉक्टर नसीर कालम हाजिर CNP न्यूज़ तो। दोस्तों तुसां अपने इलाके च अक्सर देखिया होना कि कोई ना कोई रस्सागीर हुंदा वे। रस्सागीर ने अगे गुंडे पाले हुंदे ने ਜਿਹੜੇ ਸ਼ਰੀਫ ਲੋਕਾਂ ਦੇ ਨਾਲ ਜਾ ਕੇ ਬਦਤਮੀਜ਼ੀਆਂ ਕਰਦੇ ਨੇ, ਬਦਮਾਸ਼ੀਆਂ ਕਰਦੇ ਨੇ, ਗੁੰਡਾਗਰਦੀਆਂ ਕਰਦੇ ਨੇ, ਹੇਰਾਫੇਰੀਆਂ ਕਰਦੇ ਨੇ, ਮਾਰ-ਦਾੜ ਕਰਦੇ ਨੇ, ਕਬਜ਼ਾ ਗਰੁੱਪ ਹੁੰਦੇ ਨੇ ਵਗੈਰਾ ਵਗੈਰਾ ਬਹੁਤ ਕੁਝ ਉਹ ਕਰਦੇ ਨੇ। ਇਹ ਲੋਕਲ ਸਰਦਾਰਿਸਤਾਨ ਦੇ ਲੋਕ ਹੁੰਦੇ, ਪਾਕਿਸਤਾਨ ਲਾ ਲਓ, ਇੰਡੀਆ ਦਾ ਹਰ ਮੁਲਕ 'ਚ ਛੋਟੇ ਛੋਟੇ ਇਸ ਕਮਾਸ਼ ਦੇ ਲੋਕ ਤੁਰੇ ਫਿਰਦੇ ਨੇ, ਯਾਨੀ ਰੱਸਾਗੀਰ ਵੀ ਔਰ ਉਹਨਾਂ ਦੇ ਅੱਗੇ ਪਾਲਤੂ ਗੁੰਡੇ ਵੀ। ਅਗਰ ਇਹਨੂੰ ਅਸੀਂ ਦੁਨੀਆ ਦੇ ਲੈਵਲ ਤੇ ਲੈ ਜਾਈਏ, ਇੰਟਰਨੈਸ਼ਨਲ ਦੇਖਿਆ ਜਾਏ ਤੇ ਦੁਨੀਆ ਦੇ ਅੰਦਰ ਵੀ ਇੱਕ ਬਹੁਤ ਬੜਾ ਰੱਸਾਗੀਰ ਹੈ ਜਿਹਨੂੰ ਅਮਰੀਕਾ ਕਹਿੰਦੇ ਨੇ, ਔਰ ਉਹਨੇ ਅੱਗੇ ਆਪਣੇ ਗੁੰਡੇ ਰੱਖੇ ਨੇ ਔਰ ਖੁਦ ਵੀ ਗੁੰਡਾਗਰਦੀ ਕਰਦਾ ਔਰ ਆਪਣੇ ਉਹਦੇ ਜਿਹੜੇ ਗੁੰਡੇ ਨੇ ਉਹ ਵੀ ਗੁੰਡਾਗਰਦੀ ਕਰਦੇ ਨੇ, ਜਿਹਦੇ 'ਚ ਸਰੇ ਫਹਿਰਿਸਤ ਇਸਰਾਈਲ ਆ, ਜਿਹੜਾ ਅਮਰੀਕਾ ਦਾ ਲੇ ਪਾਲਕ ਬੱਚਾ ਵਾ, ਜਿਹੜੇ ਮੁਸਲਮ ਦੁਨੀਆ ਦੇ ਅੰਦਰ ਇਸ ਤਰ੍ਹਾਂ ਉਹਨੂੰ ਗੱਡਿਆ ਗਿਆ ਵਾ ਜਿਸ ਤਰ੍ਹਾਂ ਮਤਲਬ ਕਿਸੇ ਦੇ ਜਿਸਮ ਦੇ ਅੰਦਰ ਕੋਈ ਖੰਜਰ ਗੜ ਦਿੱਤਾ ਜਾਂਦਾ। ਔਰ ਉਸਨੇ ਪੂਰੀ ਮੁਸਲਿਮ ਦੁਨੀਆ ਨੂੰ ਤਬਾਹ ਕੀਤਾ ਵਾ, ਪੂਰੀ ਮੁਸਲਿਮ ਦੁਨੀਆ ਨੂੰ ਅੱਗੇ ਲਗਾਇਆ ਵੇ। ਲੇਕਿਨ ਉਹ 'ਚ ਅਸੀਂ ਸਿਰਫ ਅਗਰ ਇਹ ਕਹੀਏ ਕਿ ਉਹਨਾਂ ਦੋਵਾਂ ਦਾ ਕਸੂਰ ਆ, ਇਹ ਗਲਤ ਬਾਤ ਆ। ਉਹ 'ਚ ਸਾਡਾ ਆਪਣਾ ਬਹੁਤ ਬੜਾ ਕਸੂਰ ਆ ਕਿ ਸਾਡੇ ਜਿੰਨੇ ਮੁਸਲਮਾਨ ਮੁਲਕ ਨੇ ਉਹ ਜਾ ਕੇ ਚੱਡਿਆਂ ਭਰਨੇ ਬੈਠੇ ਹੁੰਦੇ ਨੇ, ਤੇ ਪੈਰਾਂ 'ਚ ਬੈਠੇ ਹੁੰਦੇ ਨੇ ਅਮਰੀਕਾ ਦੇ 'ਚ, ਟਰੰਪ ਦੇ 'ਚ ਜਾਂ ਜੋ ਵੀ ਅਮਰੀਕਾ ਦਾ ਸਦਰ ਹੁੰਦਾ, ਔਰ ਆਪਣੀ ਜਿਹੜੀ ਅਨਾਬ ਆ, ਆਪਣੀ ਜਿਹੜੀ ਆਜ਼ਾਦੀ ਆ, ਆਪਣੀ ਜਿਹੜੀ ਹੈ ਵਾ ਉਹਨਾਂ ਦੀ ਗੈਰਤ ਹਮੀਅਤ, ਉਹ ਉਹਨਾਂ ਕੁਰਬਾਨ ਕਰ ਛੱਡੀ ਆ ਸਿਰਫ ਗੁਲਾਮੀ ਅਮਰੀਕਾ ਦੇ ਵਿੱਚ, ਜਿਹਦੀ ਵਜ੍ਹਾ ਤੋਂ ਅਮਰੀਕਾ ਨੇ ਹਰ ਮੁਸਲਮਾਨ ਮੁਲਕ ਦੇ ਅੰਦਰ ਤਕਰੀਬਨ ਜਿਹੜਾ ਹੈ ਨਾ ਮਸ਼ਰਕ ਵਸਤਾ ਦੇ ਮੁਲਕ, ਖਲੀਜ ਦੇ ਮੁਲਕ, ਉਹਨਾਂ ਦੇ ਵਿੱਚ ਤਾਂ ਹਰ ਇੱਕ ਚ ਉਹਨੇ ਆਪਣੇ 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 ਅੱਡੇ ਬਣਾ ਕੇ ਬੈਠਾ, ਜਿੱਥੋਂ ਕੰਟਰੋਲ ਕਰ ਰਿਹਾ। ਸਾਰਿਆਂ ਕੋਲ ਪੈਸੇ ਲੈਂਦਾ, ਸਾਰਿਆਂ ਕੋਲ ਗੁੰਡਾ ਟੈਕਸ ਲੈਂਦਾ, ਜੱਗਾ ਟੈਕਸ ਲੈਂਦਾ, ਔਰ ਸਾਰੇ ਅਰਬਾਂ ਡਾਲਰ, ਥੋੜੇ ਪੈਸੇ ਨਹੀਂ ਅਰਬਾਂ ਡਾਲਰ ਨੂੰ ਦਿੰਦੇ ਨੇ ਗੁੰਡਾ ਟੈਕਸ ਦੇ ਤੌਰ ਤੇ। ਹੁਣ ਉਹਨੇ ਆਪਣਾ ਗੁੰਡਾ ਜਿਹੜਾ ਪਾ ਲਿਆ ਸੀ ਇਸਰਾਈਲ, ਉਹਨੂੰ ਲਿਆ ਕੇ ਚੁੱਕ ਚੁੱਕ ਕੇ ਅੱਗੇ ਲੈਂਦਾ, ਔਰ ਸਾਰੇ ਅਰਬ ਮੁਲਕ ਜਿੰਨੇ ਨੇ ਉਹ ਹੌਲੀ ਹੌਲੀ ਉਹਨੂੰ ਤਸਲੀਮ ਕਰਦੇ ਜਾ ਰਹੇ ਨੇ। ਔਰ ਇਸ ਫੇਲ ਦੇ ਅੰਦਰ ਹੀ, ਇਸ ਕਬਾਹਤ ਦੇ ਅੰਦਰ ਅੱਜ ਕੋਈ ਰੋੜਾ ਅਟਕਾ ਰਿਹਾ ਸੀ, ਤੇ ਥੋੜਾ ਜਿਹਾ ਰੋੜਾ ਅਟਕਾਇਆ ਸੀ ਆਪਣੇ ਤੁਰਕੀ ਵਾਲਿਆਂ, ਤੇ ਥੋੜਾ ਜਿਹਾ ਅਟਕਾਇਆ ਸੀ ਸਾਊਦੀ ਅਰਬ ਵਾਲਿਆਂ, ਔਰ ਬਹੁਤ ਜ਼ਿਆਦਾ ਅਟਕਾਇਆ ਸੀਗਾ ਈਰਾਨ ਨੇ। ਤੁਸੀਂ ਦੇਖੋ ਅੱਜ ਤੋਂ ਤਾਰੀਖ ਪਿੱਛੇ ਥੋੜੀ ਜਿਹੀ ਚਲੇ ਜਾਓ ਤੇ ਯੂਰਪ, ਅਮਰੀਕਾ, ਮਗਰਬ ਦੇ ਖਿਲਾਫ ਤਿੰਨ ਚਾਰ ਬੰਦੇ ਸਨ ਜਿਨ੍ਹਾਂ ਨੇ ਇਕੱਠਿਆਂ ਹੋ ਕੇ ਇੱਕ ਬਤੌਰੇ ਹਥਿਆਰ ਤੇਲ ਨੂੰ ਇਸਤੇਮਾਲ ਕਰਨ ਦਾ ਔਰ ਮੁਸਲਮਾਨਾਂ ਦੇ ਅੰਦਰ ਇਤਿਹਾਦ ਪੈਦਾ ਕਰਨ ਦਾ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਇੱਕ ਉਹਨਾਂ ਨੇ ਅਜ਼ਮ ਲੈ ਕੇ ਚੱਲੇ ਸਨ, ਜਿਸ 'ਚ ਕਜ਼ਾਫੀ ਸਾਹਿਬ ਸਨ ਲੀਬੀਆ ਦੇ, ਇਰਾਕ ਦੇ ਸਨ ਸੱਦਾਮ ਸਾਹਿਬ, ਸ਼ਾਹ ਫੈਸਲ ਸਾਹਿਬ ਸਨ ਸਾਊਦੀਆ ਦੇ, ਔਰ ਭੁੱਟੋ ਸਾਹਿਬ ਸੀ। ਔਰ ਤੁਸੀਂ ਦੇਖੋ ਚਾਰਾਂ ਦੀ ਮੌਤ ਜਿਹੜੀ ਆ ਉਹ ਗੈਰ ਫਿਤਰੀ ਮੌਤ ਸੀ, ਗੈਰ ਕੁਦਰਤੀ ਮੌਤ ਸੀ, ਔਰ ਸਾਰਿਆਂ ਨੂੰ ਕਤਲ ਕੀਤਾ ਗਿਆ, ਔਰ ਸਾਰਿਆਂ ਨੂੰ ਸ਼ਹੀਦ ਕੀਤਾ ਗਿਆ। ਇਹ ਹੈ ਗੁੰਡਾਗਰਦੀ, ਜਿਹੜੀ ਨੈਸ਼ਨਲ ਇੰਟਰਨੈਸ਼ਨਲ ਗੁੰਡਾਗਰਦੀ ਆ ਜਾਂ ਜਾਰਾਦਾਰੀ ਆ ਜਾਂ ਰੱਸਾਗੀਰੀ ਆ, ਇਹ ਸਾਰੇ ਉਹਨਾਂ ਦੇ ਕਮਾਲ ਨੇ। ਹੁਣ ਕੀ ਹੋਇਆ, ਹੁਣ ਈਰਾਨ ਅੜ ਰਿਹਾ ਸੀ। ਈਰਾਨ ਦੇ ਅੰਦਰ ਇੱਕ, ਮੈਂ ਅਗਰ ਦੁਨੀਆ 'ਚ ਦੇਖਿਆ ਕਿ ਬਾਹਰ ਇੱਕ ਮੁਲਕ ਈਰਾਨ ਦੇਖਿਆ, ਔਰ ਉਹਨਾਂ ਦੇ ਸਰਬਰਾਹ ਦੇਖੇ ਨੇ ਜਿਹੜੇ ਹਰ ਇੱਕ ਦੀ ਅੱਖਾਂ 'ਚ ਅੱਖ ਪਾ ਕੇ ਗੱਲ ਕਰਨ ਵਾਲੇ ਨੇ, ਕਿਉਂ ਉਹਨਾਂ ਦਾ ਕੋਈ ਕਾਣ ਨਹੀਂ। ਤੁਸੀਂ ਦੇਖੋਗੇ ਈਰਾਨ ਦੇ ਜਿਹੜੇ ਹੈ ਨੇ ਆਪਣੇ ਅਲੀ ਸਾਹਿਬ ਜਿਹੜੇ ਸ਼ਹੀਦ ਹੋਏ ਨੇ, ਇਹਨਾਂ ਨੂੰ ਸ਼ਹੀਦ ਕਰ ਦਿੱਤਾ, ਜਿਹੜੇ ਹੈ ਸੁਪਰੀਮ ਕਮਾਂਡਰ ਸਨ ਈਰਾਨ ਦੇ, ਅਲੀ ਖਾਮਨਾਈ, ਸੈयद ਅਲੀ ਖਾਮਨਾਈ, ਉਹਨਾਂ ਨੂੰ ਸ਼ਹੀਦ ਹੋ ਗਏ ਨੇ। ਅੱਲਾਹ ਤਾਲਾ ਉਹਨਾਂ ਦੀ ਮਗਫਿਰਤ ਬਣਾਏ, ਅੱਲਾਹ ਤਾਲਾ ਉਹਨਾਂ ਦੇ ਦਰਜਾਤ ਬੁਲੰਦ ਫਰਮਾਏ। ਮੈਂ ਉਹਨਾਂ ਦੀ ਹਿਸਟਰੀ ਪੜ੍ਹ ਰਿਹਾ ਸਾਂ, ਦੇਖ ਰਿਹਾ ਸਾਂ, ਸੁਣ ਰਿਹਾ ਸਾਂ, ਉਹ 'ਚ ਬੜਾ ਹੀ ਮੈਨੂੰ ਦੇਖ ਕੇ ਤੇ ਬੜਾ ਇਸ ਤਰ੍ਹਾਂ ਲੱਗਿਆ ਜਿਸ ਤਰ੍ਹਾਂ ਅਸੀਂ ਨਾ ਬੜੇ ਆਪਣੇ ਸਾਡੇ ਅਸਲਾਫ ਦੀ ਉਹ ਸੁਨਤ ਪੂਰੀ ਬੰਦਾ ਕਰ ਰਿਹਾ ਸੀ, ਔਰ ਉਸ ਬੰਦੇ ਨੇ ਉਹ ਕੁਝ ਕੀਤਾ ਜੋ ਸਾਡੇ ਬੜੇ ਬਜ਼ੁਰਗ ਕਰਦੇ ਨੇ। ਮਸਲਨ ਇੱਕ ਪੈਸੇ ਦੀ ਹੀਰਾਫੇਰੀ ਨਹੀਂ ਉਸ ਬੰਦੇ ਨੂੰ, ਇੱਕ ਪੈਸੇ ਤੋਂ ਉਹਨੇ ਮਫਾਦਾਤ ਨਹੀਂ ਲਏ ਆਪਣੀ ਹੁਕੂਮਤ ਤੋਂ। ਹਾਲਾਂਕਿ 38 ਸਾਲ ਤੋਂ 83 84 ਸਾਲ ਉਸ ਬੰਦੇ ਦੀ ਉਮਰ ਸੀ, ਔਰ 36 ਸਾਲਾਂ ਤੋਂ ਉਹ ਬੰਦਾ ਇਸ ਸੁਪਰੀਮ ਕਮਾਂਡਰ ਸੀ ਈਰਾਨ ਦਾ,
और सारे ईरान का जो भी बजट, जो भी पैसा, जो भी ताकत, जो भी हुकूमत उस बंदे के हथ च। लेकिन एक छोटे जे मकान के अंदर रह रहा सी, जिहड़ा जाती मकान सी, और ना ਉਹਦੀ ਡੈਕੋਰੇਸ਼ਨ ਸੀ ਔਰ ਨਾ ਹੀ ਉਹਦੀ ਰੈਨੋਵੇਸ਼ਨ ਸੀ। ਦੋ ਪੁਰਾਣੇ ਪੁਰਾਣੇ ਤਿੰਨ ਚਾਰ ਉੱਥੇ ਉਹਨੇ ਰੱਖੇ ਸੀ, ਉਸ ਉਹਨਾਂ ਨੇ ਆਪਣੇ ਸੋਫੇ ਜਿੱਥੇ ਬੈਠ ਕੇ ਅਗਰ ਕੋਈ ਬਾਹਰੋਂ ਵਫਦ ਆਉਂਦੇ ਸੀ ਉਹਨਾਂ ਨਾਲ ਮਿਲਣਾ ਸੀ, ਜਾਂ ਕਿ ਸਰਬਰਾਹ ਮੁਲਕਤ ਨਾਲ ਮਿਲਣਾ, ਜਾਂ ਸਦਰ ਮੁਲਕਤ ਨਾਲ ਮਿਲਣਾ, ਜਿਹੜੇ ਬਾਹਰੋਂ ਲੋਕ ਆਉਂਦੇ ਸੀ ਉਹ ਸਾਰਿਆਂ ਨੂੰ ਉਸੇ ਜਗ੍ਹਾ ਤੇ ਬੈਠ ਕੇ, ਕੋਈ ਉੱਥੇ ਡੈਕੋਰੇਸ਼ਨ ਨਹੀਂ, ਕੋਈ ਸਪੈਸ਼ਲ ਲਾਈਟਾਂ ਨਹੀਂ, ਕੋਈ ਸਪੈਸ਼ਲ ਡਰੈਸਿੰਗ ਨਹੀਂ ਨਾ, ਸਾਦਾ ਜੀ ਚੱਪਲ ਪਾਈ ਆ, ਸਾਦਾ ਜਿਹਾ ਪੱਗ ਬੰਨੀ ਆ, ਸਾਦਾ ਜਿਹਾ ਇੱਕ ਬਾਮਾ ਪਾਇਆ। ਇਸ ਤਰ੍ਹਾਂ ਉਸ ਬੰਦੇ ਨੇ ਜ਼ਿੰਦਗੀ ਗੁਜ਼ਾਰੀ, ਨੀਟ ਐਂਡ ਕਲੀਨ ਗੁਜ਼ਾਰੀ। ਔਰ ਮੈਂ ਸਮਝਣਾ, ਕਦੀ ਕਦੀ ਮੈਂ ਸੋਚਦਾ ਕਿ ਜਿੰਨੀ ਉਸ ਬੰਦੇ ਕੋਲ ਤਾਕਤ ਸੀ, ਜੇ ਉਹ ਸਾਡੇ ਸਿਆਸੀ ਸਰਬਰਾਹਾਂ ਵਰਗਾ ਹੁੰਦਾ ਤੇ ਪਤਾ ਨਹੀਂ ਕਿੰਨੀ ਦੌਲਤ ਇਕੱਠੀ ਕਰਕੇ ਲੰਦਨ ਚ, ਅਮਰੀਕਾ, ਬਰਤਾਨੀਆ ਤੇ ਪਤਾ ਨਹੀਂ ਕਿੱਥੇ ਕਿੱਥੇ ਇਕੱਠੀਆਂ ਕਰਕੇ ਤੇ ਦੌਲਤਾਂ ਦੁਬਈ ਸਾਰਾ ਖਰੀਦ ਸਕਦਾ ਸੀ। ਲੇਕਿਨ ਨਹੀਂ। ਇਸ ਤੋਂ ਸਾਬਤ ਇਹ ਹੁੰਦਾ ਕਿ ਇਨਸਾਨ ਦੀ ਅਜ਼ਮਤ ਜਿਹੜੀ ਆ ਉਹ ਪੈਸੇ ਨਾਲ, ਲੁੱਟਮਾਰ ਨਾਲ, ਗੁੰਡਾਗਰਦੀ ਨਾਲ, ਬਦਮਾਸ਼ੀ ਨਾਲ ਨਹੀਂ ਹੈ, ਬਲਕਿ ਉਹਦੀ ਇਨਸਾਨੀਅਤ ਨਾਲ ਔਰ ਆਪਣੇ ਦੀਨ, ਆਪਣੇ ਮਜ਼ਹਬ ਦੇ ਉੱਤੇ ਨੇਕ ਨੀਅਤੀ ਨਾਲ ਚੱਲਣ ਤੇ ਆ। ਔਰ ਤੁਸੀਂ ਦੇਖੋ ਕਿ ਕੁਝ ਸਾਡੇ ਜਿਹੜੇ ਕਿਰਾਏ ਦੇ ਟੱਟੂ ਨੇ, ਜਾਂ ਜਿਹੜੇ ਕੁਝ ਹੈ ਨੇ, ਪਤਾ ਨਹੀਂ ਕਿਸ ਕਿਸਮ ਦੇ ਲੋਕ ਨੇ, ਉਹ ਕਹਿੰਦੇ ਜੀ ਈਰਾਨ ਨੇ ਉਹਦੇ ਤੇ ਹਮਲਾ ਕੀਤਾ, ਉਹਦੇ ਤੇ ਹਮਲਾ ਕੀਤਾ, ਉਹਤੇ ਹਮਲਾ ਕੀਤਾ। ਮੈਂ ਕੱਲ ਦੇ ਵੀ ਇਲਾਕ 'ਚ ਇਹ ਗੱਲ ਕੀਤੀ ਸੀ ਕਿ ਸਾਡੇ ਸਭ ਤੋਂ ਵੱਡੀ ਕਬਾਹਤ ਸਾਡੇ ਮੁਸਲਮਾਨਾਂ 'ਚ ਆ ਗਈ ਆ ਕਿ ਅਸੀਂ ਹਰ ਇੱਕ ਦੂਸਰੇ ਦੀ ਲੱਤ ਤੇ ਖਿੱਚਨੇ ਆ, ਅਸੀਂ ਉਹਨੂੰ ਸਪੋਰਟ ਨਹੀਂ ਦਿੰਦੇ। ਈਰਾਨ ਹੁਣ ਕੱਲਾ ਲੜ ਰਿਹਾ ਅਮਰੀਕਾ ਦੇ ਖਿਲਾਫ ਔਰ ਇਸਰਾਈਲ ਦੇ ਖਿਲਾਫ, ਔਰ ਸਾਰੀ ਦੁਨੀਆ, ਕੋਈ ਅਮਰੀਕਾ ਦਾ ਪਿੱਠੂ ਆ, ਕੋਈ ਇਸਰਾਈਲ ਦਾ ਪਿੱਠੂ ਆ, ਕੋਈ ਫਰਾਂਸ ਦਾ ਪਿੱਠੂ ਆ, ਕੋਈ ਬਰਤਾਨੀਆ ਦਾ ਪਿੱਠੂ ਆ, ਸਾਰੇ ਚੁੱਪ ਕਰਕੇ ਬੈਠੇ ਨੇ। ਕਿਸੇ ਨੇ ਆਵਾਜ਼ ਤੱਕ ਨਹੀਂ ਉਠਾਈ ਕਿ ਈਰਾਨ ਦੇ ਖਿਲਾਫ ਗੁੰਡਾਗਰਦੀ, ਬਦਮਾਸ਼ੀ ਕਿਉਂ ਹੋ ਰਹੀ ਆ। ਔਰ ਸਭ ਤੋਂ ਤਕਲੀਫ ਦੇ ਗੱਲ ਔਰ ਜ਼ੁਲਮ ਦੀ ਇੰਤਹਾ ਇਹ ਆ ਕਿ ਛੋਟੀਆਂ ਛੋਟੀਆਂ ਬੱਚੀਆਂ, ਸਕੂਲ ਦੇ ਉੱਤੇ ਫਾਇਰਿੰਗ ਕੀਤੀ ਗਈ, ਸਕੂਲ ਦੇ ਉੱਤੇ ਮਿਜ਼ਾਈਲ ਛੱਡੇ ਗਏ ਬੱਚਿਆਂ ਦੇ ਸਕੂਲ ਦੇ ਉੱਤੇ, ਜਿਸ 100 ਦੇ ਕਰੀਬ ਬੱਚੀਆਂ ਸਾਡੀਆਂ ਬੱਚੀਆਂ ਨੇ, ਸਾਡੇ ਉਹ ਬੱਚੇ ਨੇ, ਔਰ ਇਨਸਾਨ ਨੇ, ਉਹ ਇਨਸਾਨਾਂ ਦੇ ਬੱਚੇ ਨੇ। ਲੇਕਿਨ ਇਹ ਇਨਸਾਨਾਂ ਦੇ ਸਬਕ, ਇਨਸਾਨੀਅਤ ਦਾ ਸਬਕ ਦੇਣ ਵਾਲੇ ਜਿਹੜੇ ਨੇ, ਇਹੀ ਉੱਥੇ ਕਤਲੋ ਗਾਰਤ ਕਰ ਰਹੇ ਨੇ, ਸ਼ਹੀਦ ਕਰ ਰਹੇ ਨੇ ਉਹਨਾਂ ਨੂੰ। ਔਰ ਇਹਨਾਂ ਨੂੰ ਮਾਸਾ ਵੀ ਸ਼ਰਮ ਨਹੀਂ ਹੈ, ਮਾਸਾ ਵੀ ਇਹਨਾਂ ਦੀ ਗੈਰਤ ਨੇ ਜਾਗਦੀ ਆ, ਨਾ ਗੈਰ ਮੁਸਲਮ ਦੀ, ਨਾ ਮੁਸਲਮਸ ਦੀ। ਇਹ ਕੀ ਕੁਛ ਉੱਥੇ ਈਰਾਨ ਚ ਹੋ ਰਿਹਾ, ਔਰ ਕੀ ਕੁਛ ਗੁੰਡਾਗਰਦੀ ਉੱਥੇ ਅਮਰੀਕਾ ਔਰ ਇਸਰਾਈਲ ਕਰ ਰਹੇ ਨੇ। ਕੋਈ ਉਹਦੇ ਖਿਲਾਫ ਨਹੀਂ ਬੋਲਿਆ। ਜੇ ਬੋਲੇ ਨੇ ਤੇ ਨਹੀਂ ਜੀ, ਬੈਠ ਕੇ ਗੱਲ ਕਰਨੀ ਚਾਹੀਦੀ, ਗੱਲ ਤੇ ਚੱਲਣ ਡਈ ਸੀ। ਅਮਰੀਕਾ ਔਰ ਈਰਾਨ ਦੀ ਨੈਗੋਸੀਏਸ਼ਨ ਚੱਲ ਰਹੀ ਸੀ, ਲੇਕਿਨ ਗੁੰਡਾਗਰਦੀ ਕੀਤੀ, ਬਦਮਾਸ਼ੀ ਕੀਤੀ ਵਿੱਚ ਇਸਰਾਈਲ ਨੇ ਆ ਕੇ ਉਹਨੇ ਕੰਮ ਸ਼ੁਰੂ ਕਰਤਾ। ਉਹਦਾ ਚੂੰਕਿ ਪਰਵਰਦਾ ਵਾ ਅਮਰੀਕਾ ਦਾ, ਅਮਰੀਕਾ ਵੀ ਨਾਲ ਸ਼ਾਮਲ ਹੋ ਗਿਆ। ਹੁਣ ਜੇ ਅਮਰੀਕਾ ਦੇ ਅੱਡਿਆਂ ਤੇ ਈਰਾਨ ਨੇ ਮਿਜ਼ਾਈਲ ਚਲਾਏ ਨੇ, ਤੇ ਉਹ ਜਨਾਬ ਜੋ ਕਹਿੰਦੇ ਆ ਜੀ ਸਾਡਾ ਆਪਣੇ ਬਹਿਰੇਨ ਵਾਲੇ ਕਹਿੰਦੇ ਸਾਡੇ ਨਾਲ ਜ਼ਿਆਦਤੀ ਹੋ ਗਈ, ਕਤਰ ਵਾਲੇ ਕਹਿੰਦੇ ਸਾਡੇ ਨਾਲ ਜ਼ਿਆਦਤੀ ਹੋ ਗਈ, ਕੁਵੈਤ ਵਾਲੇ ਕਹਿੰਦੇ ਸਾਡਾ ਜ਼ਿਆਦਤੀ ਹੋ ਗਈ। ਬਈ ਤੁਸੀਂ ਇਸ ਮਾਮੇ ਖਾਨ ਨੂੰ ਕਿਉਂ ਅੱਡੇ ਬਣਾ ਕੇ ਦਿੱਤੇ ਨੇ ਇੱਥੇ, ਕਿਉਂ ਉਹਨਾਂ ਨੂੰ ਵਾੜਿਆ ਉੱਥੇ? ਔਰ ਉਹਦਾ ਅੱਡਿਆਂ ਤੋਂ ਚੱਲ ਕੇ ਅਗਰ ਉਹ ਬਦਮਾਸ਼ੀ ਕਿਸੇ ਜਗ੍ਹਾ ਤੇ ਕਰਦੇ ਨੇ, ਤੇ ਫਿਰ ਉਹ ਈਰਾਨ ਕੋ ਇੱਕੋ ਹੀ ਰਸਤਾ ਸੀ ਕਿ ਉਹ ਇਹਨਾਂ ਦੇ ਅੱਡਿਆਂ ਨੂੰ ਸ਼ਿਕਾਰ ਕਰੇ, ਇਹਨਾਂ ਅੱਡਿਆਂ ਦੇ ਉੱਤੇ ਫਾਇਰਿੰਗ ਕਰੇ ਜਾਂ ਮਿਜ਼ਾਈਲ ਚਲੇ। ਬਹਰਹਾਲ ਫਿਰ ਵੀ ਮੇਰੀ ਇੱਕ ਤਮਾਮ ਮੁਸਲਿਮ ਅੱਗੇ ਗੁਜ਼ਾਰਿਸ਼ ਆ ਕਿ ਹੁਣ ਵੀ ਸਮਝ ਜਾਓ, ਹੁਣ ਵੀ ਸਮਝ ਜਾਓ, ਕਿਉਂ ਰਜੀਮ ਚੇਂਜ ਕਰਨ ਵਾਸਤੇ ਅਮਰੀਕਾ, ਇਸਰਾਈਲ, ਈਰਾਨ ਦੇ ਮਗਰ ਚੜਿਆ, ਔਰ ਪਾਕਿਸਤਾਨ, ਅਫਗਾਨਿਸਤਾਨ ਦੇ ਮਗਰ ਚੜਿਆ। ਅਸੀਂ ਬਰਾਦਰਹੁੱਡ ਭੁੱਲ ਗਏ ਆ, ਅਸੀਂ ਦੀਨ ਨੂੰ ਭੁੱਲ ਗਏ ਆ। ਅਸੀਂ ਇਕੱਠਾ ਹੋਣ ਦੀ ਬਜਾਏ ਅਸੀਂ ਆਪਣੇ ਆਪ ਨੂੰ ਦੂਰ ਦੂਰ ਕਰ ਰਹੇ ਆ ਇੱਕ ਦੂਸਰੇ ਤੋਂ। ਇਹਦੀ ਵਜ੍ਹਾ ਤੋਂ ਅਸੀਂ ਛਿੱਤਰ ਵੀ ਖਾ ਰਹੇ ਆ, ਜ਼ਲੀਲ ਵੀ ਹੋ ਰਹੇ ਆ, ਸਾਡਾ ਕਤਲੋ ਗਾਰਤ ਵੀ ਹੋ ਰਹੀ ਆ, ਸਾਡੇ ਅਸਾਸੇ ਵੀ ਲੁੱਟੇ ਜਾ ਰਹੇ ਨੇ, ਸਾਡੇ ਜਨਾਬ ਮੁਲਕ ਦੇ ਉੱਤੇ ਕਬਜ਼ੇ ਵੀ ਹੋ ਰਹੇ ਨੇ, ਸਾਡੇ ਦਹਿਸ਼ਤਗਰਦੀ ਵੀ ਹੋ ਰਹੀ ਆ। ਲੇਕਿਨ ਅਸੀਂ ਫਿਰ ਵੀ ਨਹੀਂ ਸਮਝਦੇ। ਅੱਲਾਹ ਤਾਲਾ ਸਾਨੂੰ ਹਦਾਇਤ ਦੇ, ਅੱਲਾਹ ਤਾਲਾ ਕਰਮ ਫਰਮਾਏ ਸਾਡੇ, ਔਰ ईरान ਨੂੰ ਕਾਮਯਾਬੀ अता फरमाए। अल्लाह हाफिज़। अस्सलाम वालेकुम।